परम सत्कारयोग ਸਨਮਾਨਯੋਗ ਗੁਰੂ ਖਾਲਸਾ ਜੀ, ਗੁਰੂ ਫਤਿਹ ਪ੍ਰਵਾਨ ਕਰਨ ਦੀ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਕਰੀਬਨ ਪੂਰੇ ਸੰਸਾਰ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਮੈਨੂੰ ਇਸ ਗੱਲ ਦੇ ਉੱਤੇ ਵੀ ਆਪਣੀ ਥੋੜੀ ਰਿਜ਼ਰਵੇਸ਼ਨਸ ਹੈ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਅਗਰ 1 ਸਤੰਬਰ ਨੂੰ ਇਹ ਡੇਟ ਫਿਕਸ ਹੋਈ ਹੈ ਅਤੇ ਇਹ ਜਿਹੜਾ ਆਪਣਾ ਪੁਰਾਤਨ परंपरा है विक्रमी संमत वाला या सनातनी परंपरा वाला जिहड़ा कैलेंडर है उस दे मुताबिक अज दा दिन जिहड़ा है वो गुरु ग्रंथ साहिब जी दे पहले प्रकाश पुरब के रूप दे विच मनाउण दा फैसला किया गया। ये सिख पंथ दे वास्ते बड़ी ही एक वड्डी घटना है। अज दे दिन शब्द गुरु दे लड़ गुरु ग्रंथ साहिब जी दे लड़ पंथ ਨੂੰ ਲਾਇਆ ਗਿਆ ਅਤੇ ਪੰਥ ਦੀ ਜਿਹੜੀ ਅਗਵਾਈ ਹੈ ਉਹ ਅਧਿਆਤਮਿਕ ਰੂਪ ਦੇ ਵਿੱਚ, ਧਾਰਮਿਕ ਮਾਰਗਦਰਸ਼ਨ ਦੇ ਰੂਪ ਦੇ ਵਿੱਚ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨੂੰ ਸੌਂਪੀ ਗਈ ਹੈ। ਤੇ ਗੁਰੂ ਸਾਹਿਬ ਨੇ ਹੁਕਮ ਵੀ ਕੀਤਾ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਸਤਿਗੁਰਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਆਨੰਦ ਸਾਹਿਬ ਦੇ ਵਿੱਚ ਇਸ ਗੱਲ ਦੀ ਪ੍ਰੇਰਣਾ ਵੀ ਦਿੱਤੀ ਹੈ ਕਿ ਗੁਰ ਕਾ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਬਦ ਰਤਨ ਜਿਨ ਮਨ ਲਾਗਾ ਇਹ ਹੋਵਾ ਸੁਆਓ। ਸਿੱਧਾਂ ਨੇ ਜਦੋਂ ਗੁਰੂ ਨਾਨਕ ਨੂੰ ਇਹ ਗੱਲ ਪੁੱਛੀ ਕਿ ਭਾਈ ਤੁਹਾਡਾ ਗੁਰੂ ਕੌਣ ਹੈ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਗੁਰੂ ਦੀ ਬਾਤ ਕੀਤੀ ਅਤੇ ਕਿਹਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਖ ਪੰਥ ਦੇ ਸਾਰੇ ਹੀ ਭੰਬਲ ਭੂਸੇ ਸਮਾਪਤ ਹੋ ਜਾਣੇ ਚਾਹੀਦੇ ਹਨ ਜੇ ਵਿਸ਼ੇਸ਼ ਰੂਪ ਦੇ ਵਿੱਚ ਸ਼ਬਦ ਗੁਰੂ ਦੇ ਲੜ ਲੱਗ ਕੇ ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ ਸ਼ਬਦ ਦੇ ਉੱਤੇ ਟਿਕਾ ਕੇ ਜਦੋਂ ਗੁਰਸਿੱਖ ਜਾਪ ਕਰਦਾ, ਨਿਤਨੇਮ ਕਰਦਾ, ਸਿਮਰਨ ਕਰਦਾ, ਮੇਰੇ ਖਿਆਲ ਹੈ ਕਿ ਉਸ ਤੋਂ ਬਾਅਦ ਗੁਰੂ ਦੀ ਬਖਸ਼ਿਸ਼ ਉਸ ਦੇ ਉੱਤੇ ਵਰਸਦੀ ਹੈ ਅਤੇ ਗੈਬੀ ਰੂਪ ਦੇ ਵਿੱਚ ਗੁਰੂ ਮਹਾਰਾਜ ਉਸ ਦੇ ਉੱਤੇ ਬਖਸ਼ਿਸ਼ ਕਰਦੇ ਹਨ ਤੇ ਉਹਦੇ ਅੰਦਰਲੇ ਜਿਹੜੇ ਵੀ ਸ਼ੱਕ ਹਨ, ਸ਼ੁਭਾ ਹਨ ਅਤੇ ਈਸ਼ਵਰ ਪ੍ਰਾਪਤੀ ਦੇ ਜੋ ਸਾਧਨ ਹਨ ਜਾਂ ਮਾਰਗ ਹਨ, ਪ੍ਰੈਕਟੀਕਲੀ ਜਿਹੜਾ ਗੁਰਮਤਿ ਦਾ ਮਾਰਗ ਹੈ ਉਹ ਇੱਕ ਤਰ੍ਹਾਂ ਦਾ ਸਹਿਜ ਮਾਰਗ ਹੈ ਤੇ ਸਹਿਜ ਮਾਰਗ ਤੇ ਚਲਦਿਆਂ ਹੋਇਆਂ ਹੀ ਅਸੀਂ ਸ਼ਨੇ ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਧਿਆਨ ਨੂੰ ਉਸ ਦੇ ਵਿੱਚ ਜੋੜ ਕੇ ਤੇ ਆਪਣੀ ਯਾਤਰਾ ਦੀ ਪ੍ਰਾਰੰਭਤਾ ਕਰਦੇ ਹੋਏ ਗੱਡੀ ਨੂੰ, ਜੀਵਨ ਦੀ ਗੱਡੀ ਨੂੰ ਪਟਰੀ ਦੇ ਉੱਤੇ ਲਿਆ ਕੇ ਤੇ ਪ੍ਰਮਾਤਮਾ ਦੇ ਦੁਆਰ ਦੀ ਜਿਹੜੀ ਸਾਡੀ ਦੂਰੀ ਹੈ ਉਸ ਨੂੰ ਤੈਅ ਕਰ ਸਕਦੇ ਹਾਂ। ਹੌਲੀ ਹੌਲੀ ਸ਼ਬਦ ਗੁਰੂ ਦੇ ਨਾਲ ਜੁੜਿਆ ਮਨੁੱਖ ਇਸ ਅਵਸਥਾ ਤੇ ਵੀ ਪਹੁੰਚਦਾ ਹੈ ਜਿਸ ਬਾਬਤ ਭਗਤ ਕਬੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਧਿਅਮ ਦੇ ਰਾਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗਦਰਸ਼ਨ ਦੇ ਰਾਹੀਂ ਸਾਨੂੰ ਕਹਿੰਦੇ ਹਨ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਪੰਥ ਦੀ ਵਿਡੰਬਨਾ ਅੱਜ ਇਹ ਹੈ, ਪੰਥ ਦੀ ਮੁਸ਼ਕਲ ਇਹ ਹੈ, ਪੰਥ ਦਾ ਜਿਹੜਾ ਦੇ ਸਾਹਮਣੇ ਜਿਹੜੀ ਮੁਸ਼ਕਲ ਜੋ ਉਹਨਾਂ ਨੂੰ ਪੇਸ਼ ਆ ਰਹੀ ਹੈ ਉਹ ਇਹ ਹੈ ਕਿ ਕੋਈ ਵੀ ਇਸ ਪਾਸੇ ਧਿਆਨ ਨਹੀਂ ਕੇਂਦਰਿਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਪੰਥ ਨੂੰ ਕਿਸ ਤਰ੍ਹਾਂ ਲਾਇਆ ਜਾਏ, ਸਿੱਖੀ ਨੂੰ ਕਿਸ ਤਰ੍ਹਾਂ ਲਾਇਆ ਜਾਏ, ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਜੋੜਿਆ ਜਾਏ। ਖਾਸ ਕਰਕੇ ਜਿਹੜਾ ਵਿਸ਼ੇਸ਼ ਚੈਲੰਜ ਹੈ ਸਾਡੇ ਸਾਹਮਣੇ ਉਹ ਇਹ ਹੈ ਕਿ ਸਾਡੀ ਜਿਹੜੀ ਯੁਵਾ ਪੀੜ੍ਹੀ ਹੈ, ਸਾਡੇ ਜਿਹੜੇ ਨੌਜਵਾਨ ਹਨ, ਜਿਹੜੇ ਕਿ ਜਿਨ੍ਹਾਂ ਦੇ ਮੁੰਡਿਆਂ ਦੇ ਉੱਤੇ ਕੱਲ੍ਹ ਨੂੰ ਸਿੱਖੀ ਦਾ ਭਾਰ ਆਉਣਾ ਹੈ, ਜਿਨ੍ਹਾਂ ਨੇ ਸਿੱਖ ਪੰਥ ਦੀਆਂ ਪਰੰਪਰਾਵਾਂ ਨੂੰ ਆਪਣੇ ਮੁੰਡਿਆਂ 'ਤੇ ਚੁੱਕ ਕੇ ਅਤੇ ਸਿੱਖੀ ਦੇ ਮਾਰਗ ਨੂੰ ਅੱਗੇ ਚਲਾਉਣਾ ਹੈ, ਉਹਨਾਂ ਦੇ ਕੋਲ ਨਾ ਕੋਈ ਕਲੈਰਿਟੀ ਹੈ, ਨਾ ਕੋਈ ਵਿਜ਼ਨ ਹੈ, ਨਾ ਕੋਈ ਮਾਰਗਦਰਸ਼ਨ ਹੈ
ਅਤੇ ਨਾ ਹੀ ਕਿਸੇ ਤਰੀਕੇ ਦਾ ਉਹਨਾਂ ਨੂੰ ਕੋਈ ਪ੍ਰੋਪਰ ਜਾਂ ਐਪਰੋਪਰੀਏਟ ਗਾਈਡਲਾਈਨਸ ਮਿਲ ਰਹੀ ਹੈ ਜਿਸ ਦੇ ਨਾਲ ਕਿ ਉਹ ਸ਼ਬਦ ਗੁਰੂ ਦੇ ਨਾਲ, ਗੁਰੂ ਗ੍ਰੰਥ ਦੇ ਨਾਲ ਜੁੜਨ ਦੇ ਲਈ ਪ੍ਰੇਰਿਤ ਹੋਣ। ਮੈਂ ਇਹ ਬੇਨਤੀ ਆਪ ਜੀ ਦੀ ਸੇਵਾ 'ਚ ਇਸ ਕਰਕੇ ਕਰ ਰਿਹਾ ਕਿ ਕਈ ਵਾਰ ਅਸੀਂ ਬੜੇ ਮਾਯੂਸ ਹੋ ਜਾਂਦੇ ਹਾਂ ਕਿ ਪੰਥ ਨੂੰ ਬੜਾ ਖਤਰਾ ਹੈ, ਸਿੱਖੀ ਜਿਹੜੀ ਹੈ ਉਹ ਬਹੁਤ ਢਹਿੰਦੀਆਂ ਕਲਾਂ ਦੇ ਵਿੱਚ ਜਾ ਰਹੀ ਹੈ। ਇਸ ਦੇ ਵਾਸਤੇ ਜੋ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਜਿਹੜੀਆਂ ਪੰਥ ਦੀਆਂ ਸਿਰਮੌਰ ਹਸਤੀਆਂ ਨੇ, ਜਿਨ੍ਹਾਂ ਹੱਥਾਂ ਦੇ ਵਿੱਚ ਮੈਂ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਇਹ ਗੱਲ ਕਹਾਂਗਾ ਕਿ ਜਿਨ੍ਹਾਂ ਦੇ ਕੋਲ ਰਿਸੋਰਸਿਸ ਵੀ ਹਨ, ਮੈਨ ਪਾਵਰ ਵੀ ਹੈ, ਪ੍ਰਚਾਰਕ ਵੀ ਹਨ, ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਐਸੇ ਆਕਰਸ਼ਕ ਢੰਗ ਦੇ ਨਾਲ ਇਹ ਸ਼ਬਦ ਗੁਰੂ ਦਾ ਜਿਹੜਾ ਪ੍ਰਚਾਰ ਹੈ ਉਸ ਨੂੰ ਪ੍ਰਾਰੰਭ ਕੀਤਾ ਜਾਏ। ਅਤੇ ਕਿਸ ਤਰੀਕੇ ਨਾਲ, ਕਿਉਂਕਿ ਅੱਜ ਕੱਲ੍ਹ ਬੜੇ ਨਵੇਂ ਮੈਂ ਬਹੁਤ ਖੁਸ਼ ਹਾਂ ਇਸ ਵਕਤ ਬੰਬੇ ਦੀ ਕੋਈ ਸੰਸਥਾ ਹੈ ਜਿਨ੍ਹਾਂ ਨੇ ਕਿ KBC ਦੇ ਆਧਾਰ ਦੇ ਉੱਤੇ ਇੱਕ ਗੁਰਮਤ ਕੁਇਜ਼ ਸ਼ੁਰੂ ਕੀਤੀ ਹੈ। ਸੋ ਇਸ ਤਰ੍ਹਾਂ ਦੇ ਨਵੇਂ ਟੈਕਨੀਕਸ ਜਿਹੜੇ ਹਨ ਉਹ ਅਪਣਾ ਕੇ ਤੇ ਕਿਸ ਤਰ੍ਹਾਂ ਗੁਰੂ ਸ਼ਬਦ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖਾਸ ਕਰਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਜੋੜਿਆ ਜਾਏ, ਇਸ ਬਾਬਤ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬਹੁਤ ਚੰਗਾ ਕੰਮ ਕਰ ਰਹੀ ਹੈ, ਲੁਧਿਆਣੇ ਉਹਨਾਂ ਦਾ ਹੈੱਡ ਆਫਿਸ ਹੈ। ਦੂਸਰਾ, ਸਿੱਖ ਫੋਰਮ ਕਲਕੱਤਾ ਬਹੁਤ ਚੰਗਾ ਕੰਮ ਕਰ ਰਹੀ ਹੈ। ਅਤੇ ਹੋਰ ਜਿਹੜੀਆਂ ਥਾਵਾਂ 'ਤੇ ਐਸੀਆਂ ਪਰਪੱਕ ਅਤੇ ਮਜ਼ਬੂਤ ਸੰਸਥਾ ਨਹੀਂ ਹਨ, ਉੱਥੇ ਸੰਸਥਾਵਾਂ ਨੂੰ ਉਲੀਕਣ ਦੀ ਲੋੜ ਹੈ। ਕੁਝ ਸਮਰਪਿਤ ਨੌਜਵਾਨ ਜਿਹੜੇ ਕਿ ਨਿਸਵਾਰਥ ਭਾਵ ਦੇ ਨਾਲ ਪੰਥ ਦੀ ਸੇਵਾ ਦੇ ਵਿੱਚ ਜੁੜਨਾ ਚਾਹੁੰਦੇ ਹਨ, ਅੱਗੇ ਵਧਣਾ ਚਾਹੁੰਦੇ ਹਨ, ਉਹਨਾਂ ਨੂੰ ਅੱਗੇ ਲਿਆ ਕੇ, ਪ੍ਰੇਰ ਕੇ ਅਤੇ ਇਸ ਪਾਸੇ ਵੱਲ ਲਾ ਕੇ ਜੋ ਉਹਨਾਂ ਦੀ ਰਿਸੋਰਸਿਸ ਦੀ ਅਗਰ ਥੋੜ੍ਹੀ ਬਹੁਤੀ ਕਮੀ ਹੈ ਉਸ ਨੂੰ ਪੂਰਾ ਕਰਕੇ, ਤੇ ਹਰ ਸਟੇਟ ਦੇ ਵਿੱਚ ਮੇਰਾ ਆਪਣਾ ਇਹ ਮਤ ਹੈ ਕਿ ਹਰ ਸਟੇਟ ਦੇ ਵਿੱਚ ਭਾਵੇਂ 26-27 ਜਿਤਨੇ ਵੀ ਸਟੇਟਸ ਹਨ ਸਾਡੇ ਇੰਡੀਆ ਦੇ ਜਾਂ ਯੂਨੀਅਨ ਟੈਰੀਟਰੀ ਵੀ ਹਨ ਬਹੁਤ ਸਾਰੇ, ਉਹਨਾਂ ਦੀਆਂ ਵੱਖ-ਵੱਖ ਯੂਨਿਟਾਂ ਬਣਾਈਆਂ ਜਾਣ ਜਿਸ ਦੇ ਵਿੱਚ ਕਿ ਸ਼ਬਦ ਗੁਰੂ ਦੇ ਨਾਲ ਜੋੜਨ ਦੇ ਵਾਸਤੇ ਉਹਨਾਂ ਦਾ ਇੱਕ ਮਜ਼ਬੂਤ ਇੱਕ ਸੰਸਥਾ ਜਿਹੜੀ ਹੈ ਉਸ ਨੂੰ ਸਥਾਪਿਤ ਕੀਤਾ ਜਾਏ। ਅਤੇ ਦੂਸਰਾ ਇਹ ਹੈ ਕਿ ਮੇਰੇ ਵਿਚਾਰ ਦੇ ਵਿੱਚ ਆਲ ਇੰਡੀਆ ਲੈਵਲ ਦੇ ਉੱਤੇ ਇੱਕ ਸਿੱਖ ਇੰਟਲੈਕਚੁਅਲ ਫੋਰਮ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਪੰਥ ਦੇ ਬੜੇ ਵਿਦਵਾਨ, ਬੜੇ ਪੰਥ ਦਰਦੀ, ਬੜੇ ਹੀ ਐਸੇ ਗੁਰੂ ਕੇ ਪਿਆਰੇ ਹਨ ਜਿਹੜੇ ਕਿ ਨਿਸਵਾਰਥ ਭਾਵ ਦੇ ਨਾਲ ਪੰਥ ਦੇ ਵਾਸਤੇ ਅਤੇ ਗੁਰਮਤ ਦੇ ਵਾਸਤੇ, ਗੁਰਸਿੱਖੀ ਦੇ ਵਾਸਤੇ, ਗੁਰੂ ਨਾਨਕ ਦੀ ਸਿੱਖਿਆ ਦੇ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੇ ਜੋ ਵਿਚਾਰ ਹਨ ਜਾਂ ਉਹਨਾਂ ਦਾ ਜੋ ਮਾਰਗਦਰਸ਼ਨ ਹੈ ਉਸ ਦੇ ਵਾਸਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਵੈਸੇ ਮਰਜੀਵੜਿਆਂ ਨੂੰ, ਵੈਸੇ ਗੁਰਸਿੱਖ ਪਿਆਰਿਆਂ ਨੂੰ ਜਿਹੜੇ ਕਿ ਪੜ੍ਹੇ ਲਿਖੇ ਹੋਣ, ਗੁਰਮਤ ਦੀ ਸੋਝੀ ਰੱਖਦੇ ਹੋਣ ਅਤੇ ਗੁਰਮਤ ਦੇ ਨਾਲ ਮੁਹੱਬਤ ਕਰਨ ਵਾਲੇ ਹੋਣ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਜੋੜ ਕੇ ਤੇ ਪੱਕੇ ਤੌਰ ਦੇ ਉੱਤੇ ਸ਼ਬਦ ਗੁਰੂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਜੋੜਿਆ ਜਾਏ, ਇਸ ਦੇ ਬਾਬਤ ਇੱਕ ਸੀਰੀਅਸ ਉਪਰਾਲੇ ਕਰਨ ਦੀ ਬਹੁਤ ਜ਼ਰੂਰਤ ਹੈ। ਅਤੇ ਮੈਨੂੰ ਉਮੀਦ ਹੈ ਕਿ ਜਿਹੜਾ ਸਾਡੇ ਦਿਲ ਦੇ ਵਿੱਚ ਇਹ ਕਦੀ ਢਹਿੰਦੀਆਂ ਕਲਾ ਵਾਲਾ ਇੱਕ ਜਜ਼ਬਾ ਇਹਨੂੰ ਨਹੀਂ ਕਹਿਣਾ ਚਾਹੀਦਾ, ਵਿਚਾਰ ਜਿਹੜਾ ਪ੍ਰਗਟ ਹੁੰਦਾ ਹੈ ਕਿ ਪੰਥ ਜਿਹੜਾ ਹੈ ਉਹ ਕਾਫੀ ਭੀੜਾਂ ਦੇ ਵਿੱਚੋਂ ਲੰਘ ਰਿਹਾ ਹੈ, ਬੜੀ ਤਕਲੀਫ ਦੇ ਵਿੱਚੋਂ ਲੰਘ ਰਿਹਾ ਹੈ ਅਤੇ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਅੱਜ ਕੱਲ੍ਹ ਤਾਂ ਹੁਣ ਹਾਲਤ ਇਹ ਹੈ ਕਿ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਤੁਹਾਡਾ ਟੈਕਨੋਲੋਜੀ, ਇਨਫੋਰਮੇਸ਼ਨ ਟੈਕਨੋਲੋਜੀ, ਇਹ ਇਤਨੇ ਸਾਧਨ ਉਪਲਬਧ ਹਨ। ਮੈਨੂੰ ਤੇ ਇਹ ਬੇਨਤੀ ਕਰਨ ਦੇ ਵਿੱਚ ਮੈਨੂੰ ਬੜਾ ਫਖਰ, ਚੰਗਾ ਮਹਿਸੂਸ ਹੁੰਦਾ ਹੈ ਜੇ ਉਪਰਾਲੇ ਕੀਤੇ ਜਾਣ ਤੇ ਪੂਰੇ ਵਿਸ਼ਵ ਦੇ ਸਿੱਖ, ਭਾਵੇਂ ਉਹ ਵਿਸ਼ਵ ਦੇ ਸੰਸਾਰ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਹੋਏ ਹਨ, ਉਹਨਾਂ ਸਾਰਿਆਂ ਦਾ ਇੱਕ ਬਾਇਓਡਾਟਾ ਬਣਨਾ ਚਾਹੀਦਾ ਹੈ, ਇੱਕ ਡਾਟਾਬੇਸ ਹੋਣਾ ਚਾਹੀਦਾ ਹੈ ਅਤੇ ਕੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ, ਕਿੱਥੇ ਰਹਿ ਰਹੇ ਹਨ, ਕਿਤਨੇ ਜੀ ਹਨ, ਸਾਡੀ ਸੰਖਿਆ ਕਿਤਨੀ ਹੈ। ਇਹ ਕੰਪਲੀਟ ਡਾਟਾਬੇਸ ਅੱਜ ਦੀ ਡੇਟ ਦੇ ਵਿੱਚ ਕੋਈ ਡਿਫਿਕਲਟ ਨਹੀਂ ਹੈ, ਬੜੇ ਆਸਾਨੀ ਦੇ ਨਾਲ ਕੀਤਾ ਜਾ ਸਕਦਾ ਹੈ। ਸਟੇਟ ਵਾਈਜ਼ ਯੂਨਿਟਾਂ ਬਣਾ ਕੇ ਅਤੇ ਉਸ ਤੋਂ ਬਾਅਦ ਉਸ ਨੂੰ ਡਿਸਟ੍ਰਿਕਟ ਵਾਈਜ਼ ਯੂਨਿਟ ਵਿੱਚ ਕਨਵਰਟ ਕਰਕੇ ਹਰ ਡਿਸਟ੍ਰਿਕਟ ਦਾ ਇੱਕ ਹੈੱਡ ਬਣਾ ਕੇ ਅਤੇ ਉੱਥੇ ਗੁਰਸਿੱਖ ਪਿਆਰੇ ਦੀ ਅਗਰ ਡਿਊਟੀ ਲਾਈ ਜਾਏ ਕਿ ਆਪਣੇ ਸ਼ਹਿਰ ਦੇ ਵਿੱਚ ਤੁਹਾਡੇ ਕਿੱਥੇ ਗੁਰੂ ਕੇ ਸਿੱਖ ਰਹਿੰਦੇ ਹਨ
ਅਤੇ ਕਿਤਨੇ ਸਿੱਖਾਂ ਦੀ ਗਿਣਤੀ ਹੈ, ਆਬਾਦੀ ਹੈ, ਉਹਨਾਂ ਦਾ ਧਾਰਮਿਕ ਸਟੇਟਸ ਕੀ ਹੈ, ਸੋਸ਼ਲ ਕੀ ਹੈ ਅਤੇ ਫਾਈਨੈਂਸ਼ੀਅਲ ਕੀ ਹੈ, ਅਦਰਵਾਈਜ਼ ਉਹਨਾਂ ਦੀ ਜੋ ਡਿਫਿਕਲਟੀਜ਼ ਹਨ ਉਹ ਵੀ, ਐਂਡ ਉਸ ਨੂੰ ਇੱਕ ਪੂਰਾ ਕੰਪਲੀਟ ਡਾਟਾਬੇਸ ਦੇ ਵਿੱਚ ਕਨਵਰਟ ਕੀਤਾ ਜਾਏ। ਤੇ ਮੈਂ ਇੱਕ ਹੋਰ ਬੇਨਤੀ ਕਰਨਾ, ਦੇਖੋ ਅਸੀਂ ਕਈ ਵਾਰ ਇਹ ਸੋਚ ਬੈਠਦੇ ਆ ਕਿ RSS ਜਿਹੜਾ ਹੈ ਉਹ ਸਿੱਖ ਕੌਮ ਦੇ ਕੰਮਾਂ ਦੇ ਵਿੱਚ ਬਹੁਤ ਇੰਟਰਫੇਅਰ ਕਰਦਾ ਹੈ, ਬਹੁਤ ਸਿੱਖ ਤੁਸੀਂ ਮਤਲਬ ਅਸੀਂ ਇਸ ਗੱਲ ਦੇ ਉੱਤੇ ਬਹੁਤਾ ਜ਼ੋਰ ਦੇਣ ਲੱਗ ਪੈਂਦੇ ਆ ਕਿ ਲਓ ਜੀ ਇਹ ਸਾਨੂੰ ਨਿਗਲਣਾ ਚਾਹੁੰਦੇ ਨੇ, ਸਾਨੂੰ ਖਾਣਾ ਚਾਹੁੰਦੇ ਨੇ, ਸਾਨੂੰ ਡਾਈਜੈਸਟ ਕਰਨਾ ਚਾਹੁੰਦੇ ਨੇ, ਸਾਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਕਿ ਸਿੱਖ ਵੀ ਹਿੰਦੂ ਹੀ ਹਨ, ਤੁਸੀਂ ਸਾਡੇ ਵਿੱਚੋਂ ਹੀ ਨਿਕਲਿਓ। ਮੈਂ ਕਹਿੰਦਾ ਕਿ ਜੇ ਉਹ ਇਹ ਗੱਲ ਕਹਿੰਦੇ ਨੇ ਉਸ ਦੇ ਨਾਲ ਸਾਨੂੰ ਕੋਈ ਬਹੁਤਾ ਤਾਲੁਕਾਤ ਜਾਂ ਮਤਲਬ ਨਹੀਂ ਹੋਣਾ ਚਾਹੀਦਾ, ਬਲਕਿ ਤੁਸੀਂ ਇਹ ਦੇਖੋ ਕਿ RSS ਦੀ ਜਿਹੜੀ ਆਰਗੇਨਾਈਜੇਸ਼ਨਲ ਸੈਟਅਪ ਹੈ ਉਹ ਕਿੰਨੀ ਮਜ਼ਬੂਤ ਹੈ, ਉਸ ਤੋਂ ਸਾਨੂੰ ਕੀ ਸਿੱਖਣ ਦੀ ਲੋੜ ਹੈ, ਉਸ ਤੋਂ ਸਾਨੂੰ ਕੀ ਕੁਝ ਸਿੱਖ ਕੇ ਤੇ ਉਸ ਆਪਣੀ ਸਿੱਖ ਪੰਥ ਦੀਆਂ ਸੰਸਥਾਵਾਂ ਨੂੰ ਮਜ਼ਬੂਤੀ ਦੇਣ ਦੀ ਲੋੜ ਹੈ। ਤੁਸੀਂ ਹੈਰਾਨ ਹੋਵੋਗੇ ਕਿ ਗ੍ਰਾਸ ਰੂਟ ਲੈਵਲ ਦੇ ਉੱਤੇ, ਪਿੰਡਾਂ ਦੇ ਲੈਵਲ ਦੇ ਉੱਤੇ ਜਿਹੜੀ RSS ਦੀ ਸੰਸਥਾ ਹੈ ਉਹ ਕਿਤਨੀ ਮਜ਼ਬੂਤੀ ਦੇ ਨਾਲ, ਇੱਕ ਪ੍ਰੋਪਰ ਨੈਟਵਰਕ ਦੇ ਨਾਲ, ਇੱਕ ਪ੍ਰੋਪਰ ਚੈਨਲ ਦੇ ਨਾਲ ਜੁੜੀ ਹੈ, ਚੱਲ ਰਹੀ ਹੈ। ਮੈਂ ਉਹਨਾਂ ਲੋਕਾਂ ਨੂੰ ਜਾ ਕੇ ਮਿਲਦਾ, ਕਈ ਮੇਰੇ ਦੋਸਤ ਵੀ ਨੇ, ਪਰ ਉਹਨਾਂ ਦੀ ਕਿੰਨੀ ਡੈਡੀਕੇਸ਼ਨ ਹੈ। ਜੇ ਉਹਨਾਂ ਦੇ ਕਿਸੇ ਚੈਨਲ ਦੇ ਹੈੱਡ ਦਾ, ਡਿਸਟ੍ਰਿਕਟ ਹੈੱਡ ਦਾ ਜਾਂ ਸਬ ਡਿਵੀਜ਼ਨ ਹੈੱਡ ਦਾ ਕਿਸੇ ਦਾ ਇਹ ਉਹਨਾਂ ਨੂੰ ਕੋਈ ਸੁਨੇਹਾ ਮਿਲ ਗਿਆ, ਕੋਈ ਐਸੀ ਉਹਨਾਂ ਨੂੰ ਮੈਸੇਜ ਮਿਲ ਗਈ ਕਿ ਹਾਂ ਬਈ ਤੁਸੀਂ ਇਹ ਕੰਮ ਕਰਨਾ ਹੈ ਔਰ ਇਤਨੇ ਘੰਟੇ ਇਤਨੇ ਦਿਨਾਂ ਦੇ ਵਿੱਚ ਇਹ ਕੰਮ ਮੁਕੰਮਲ ਹੋ ਕੇ ਤੇ ਸੁਪੀਰੀਅਰ ਜਾਂ ਸੁਪਰੀਮ ਅਥਾਰਟੀ ਜਾਂ ਸੁਪੀਰੀਅਰ ਅਥਾਰਟੀ ਜਾਂ ਜੋ ਵੀ ਤੁਹਾਡਾ ਚੈਨਲ ਹੈ ਉਸ ਦੇ ਦੁਆਰਾ ਇਨਫੋਰਮੇਸ਼ਨ ਉਹਨਾਂ ਨੂੰ ਮਿਲ ਜਾਣੀ ਚਾਹੀਦੀ ਹੈ। ਐਂਡ ਅਲਟੀਮੇਟਲੀ ਉਹ ਚੈਨਲ ਉਹਨਾਂ ਦਾ ਇਤਨਾ ਮਜ਼ਬੂਤ ਹੈ ਕਿ ਉਹ ਸੁਪਰੀਮ ਅਥਾਰਟੀ ਦੀ ਜੋ ਡਾਇਰੈਕਟਿਵ ਇਸ਼ੂ ਹੁੰਦੀਆਂ ਨੇ ਉਹ ਗ੍ਰਾਸ ਰੂਟ ਲੈਵਲ ਦੇ ਉੱਤੇ ਪਿੰਡਾਂ ਦੇ ਉਹਨਾਂ ਦੇ ਡੈਡੀਕੇਟਿਡ ਬੰਦੇ ਖੜੇ ਨੇ ਕਰਨ ਦੇ। ਤੋ ਉਹਨਾਂ ਦੀ ਇਸ ਜਿਹੜੇ ਨੈਟਵਰਕ ਹੈ ਜਾਂ ਜੋ ਉਹਨਾਂ ਦਾ ਆਰਗੇਨਾਈਜੇਸ਼ਨਲ ਸੈਟਅਪ ਹੈ ਉਹ ਤੋਂ ਸਿੱਖਿਆ ਲੈਣ ਦੀ ਲੋੜ ਹੈ, ਬਜਾਏ ਇਹ ਗੱਲ ਕਹਿਣ ਦੇ ਕਿ ਨਹੀਂ ਉਹ ਸਾਨੂੰ ਕਮਜ਼ੋਰ ਕਰ ਰਹੇ ਨੇ। ਕਮਜ਼ੋਰ ਕੋਈ ਕਿਸੇ ਨੂੰ ਨਹੀਂ ਕਰਦਾ। ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਵਾਸਤੇ ਕਿੰਨੇ ਸਾਨੂੰ ਰੁਕਾਵਟ ਪਾਈ ਹੈ। ਕੌਣ ਅੱਜ ਕਹਿੰਦੇ ਕਿ ਤੁਸੀਂ ਪੱਗ ਨਹੀਂ ਬੰਨ੍ਹ ਸਕਦੇ, ਕੌਣ ਕਹਿੰਦੇ ਕਿ ਤੁਸੀਂ ਕੇਸ ਨਹੀਂ ਰੱਖਣੇ, ਤੁਹਾਨੂੰ ਕੇਸ ਰੱਖੋਗੇ ਤੇ ਤੁਹਾਨੂੰ ਸੜਕ ਦੇ ਉੱਤੇ ਚੱਲਣ ਦੀ ਐਸੀ ਕੋਈ ਗੱਲ ਤਾਂ ਹੈ ਨਹੀਂ। ਇਸ ਵਕਤ ਤੇ ਕੀ ਹੈ, ਬਹੁਤ ਹੀ ਸੁਖਾਵਾਂ ਅਤੇ ਬਹੁਤ ਸੁਨਹਿਰੀ ਮੌਕਾ ਹੈ ਪੰਥ ਦੇ ਵਾਸਤੇ ਕਿ ਉਹ ਜਿਹੜਾ ਹੈ ਕਿ ਆਪਣੀ ਸੰਪੂਰਨ ਰਿਸੋਰਸਿਸ ਨੂੰ, ਤਾਕਤ ਨੂੰ, ਪਾਵਰ ਨੂੰ, ਸ਼ਕਤੀ ਨੂੰ, ਆਰਗੇਨਾਈਜੇਸ਼ਨਲ ਸੈਟਅਪ ਨੂੰ ਮਜ਼ਬੂਤ ਕਰਨ ਦੇ ਵਿੱਚ ਲਗਾਵੇ। ਪੂਰੇ ਵਰਲਡ ਦੇ ਸਿੱਖਾਂ ਦਾ ਡਾਟਾਬੇਸ ਤਿਆਰ ਹੋਵੇ, ਭਾਵੇਂ ਵਿਸ਼ਵ ਦੇ ਕਿਸੇ ਕੋਨੇ ਦੇ ਵਿੱਚ ਸਿੱਖ ਬੈਠਾ ਹੈ, ਉਹ ਡਾਟਾਬੇਸ ਜਿਹੜਾ ਹੈ ਉਹ ਹਰ ਸਿੱਖ ਦੇ ਕੋਲ ਹੋਣਾ ਚਾਹੀਦਾ ਅਤੇ ਉਹਨਾਂ ਦੇ ਆਪਸ ਦੇ ਵਿੱਚ ਨੈਟਵਰਕ ਬਣਨ, ਲਿੰਕੇਜ ਬਣਨ, ਉਹਨਾਂ ਦਾ ਆਪਸ ਦੇ ਵਿੱਚ ਇੱਕ ਹੋਏ ਮਤਲਬ ਇਕੱਤਰਤਾ ਵਾਲਾ ਵਾਤਾਵਰਨ ਬਣੇ। ਆਫਟਰ ਆਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਰੇ ਵਿਸ਼ਵ ਦਾ ਚੱਕਰ ਤੇ ਇਸ ਕਰਕੇ ਲਗਾਇਆ ਕਿ ਸਾਰੇ ਸੰਸਾਰ ਨੂੰ ਇੱਕ ਸੂਤਰ ਦੇ ਵਿੱਚ ਪਰੋਣਾ। ਤੇ ਅਸੀਂ ਅੱਜ ਛੋਟੀਆਂ ਗੱਲਾਂ ਨੂੰ ਲੈ ਕੇ ਬੈਠ ਗਏ ਆ। ਆਪਣੇ ਵਿਜ਼ਨ ਨੂੰ, ਆਪਣੇ ਜਿਹੜੇ ਦਿਮਾਗ ਦੀ ਸੋਚ ਹੈ ਉਸ ਨੂੰ ਬੜਾ ਜਨਰਸ ਕਰਨ ਦੀ, ਬਰੌਡ ਕਰਨ ਦੀ, ਵੱਡਾ ਕਰਨ ਦੀ ਲੋੜ ਹੈ। ਅੱਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜਾ ਆਪਣਾ ਪ੍ਰਕਾਸ਼ ਦਿਵਸ ਹੈ, ਇਸ ਦੀ ਆਪ ਜੀ ਨੂੰ ਵਧਾਈ ਦਿੰਦਿਆਂ ਹੋਇਆਂ ਤੇ ਮੇਰਾ ਖਿਆਲ ਹੈ ਕਿ ਅੱਜ ਸਾਡੇ ਸਾਹਮਣੇ ਜਿਹੜਾ ਵੱਡਾ ਚੈਲੰਜ ਹੈ ਇਸ ਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਅਤੇ ਨਾਲ ਹੀ ਨਾਲ ਇਸ ਦੇ ਉੱਤੇ ਅੱਗੇ ਪੁਰਜੋਰ, ਸੀਰੀਅਸਲੀ, ਡੈਡੀਕੇਟਲੀ ਐਂਡ ਸਿੰਸੀਅਰਲੀ ਐਂਡ ਮਜ਼ਬੂਤੀ ਦੇ ਨਾਲ, ਇਮਾਨਦਾਰੀ ਦੇ ਨਾਲ ਕੰਮ ਕਰਨ ਦੀ ਲੋੜ ਹੈ। ਕੋਈ ਚੈਲੰਜ ਤੁਹਾਨੂੰ ਨਹੀਂ ਹੈ। ਇੱਕ ਗੱਲ ਹੋਰ ਕਹਿ ਕੇ ਮੈਂ ਗੱਲ ਆਪਣੀ ਸਮਾਪਤ ਕਰਾਂਗਾ। ਦੇਖੋ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ, ਸਾਡੇ ਅਧਿਆਤਮਿਕ ਗੁਰੂ ਨੇ। ਗੁਰੂ ਪੰਥ ਜਿਹੜਾ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਉਹ ਸਾਡਾ ਮਾਰਗਦਰਸ਼ਨ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਜਾਂ ਹੋਰ ਦੂਸਰਿਆਂ ਪੱਖਾਂ ਦੇ ਵਿੱਚ ਜਿੱਥੇ ਸਾਡੀ ਜ਼ਰੂਰਤ ਹੈ ਉਸ ਨੂੰ ਕਰਦਾ ਹੈ। ਗੁਰੂ ਪੰਥ ਆਪਣਾ ਕੰਮ ਕਰੇ, ਗੁਰੂ ਗ੍ਰੰਥ ਜੀ ਸਾਹਿਬ ਜੀ ਮਹਾਰਾਜ ਆਪਣੀ ਅਗਵਾਈ ਕਰ ਰਹੇ ਹਨ। ਅਤੇ ਮੇਰੇ ਕਹਿਣ ਦਾ ਭਾਵ ਕੇਵਲ ਇਤਨਾ ਹੀ ਹੈ, ਇਸ ਨੂੰ ਭੁੱਲ ਜਾਓ ਕਿ ਜਿਹੜੀ ਚੀਜ਼, ਜਿਹੜਾ ਪੰਥ, ਜਿਹੜੀ ਸਿੱਖੀ ਇਹ ਅਕਾਲ ਪੁਰਖ ਦੀ ਮੌਜ ਤੋਂ ਪੈਦਾ ਹੋਈ ਹੈ, ਉਸ ਨੂੰ ਕੋਈ ਮਿਟਾ ਸਕਦਾ ਹੈ, ਉਸ ਨੂੰ ਕੋਈ ਖਤਮ ਕਰ ਸਕਦਾ ਹੈ, ਉਸ ਨੂੰ ਕੋਈ ਜੜੋਂ ਮਿਟਾ ਸਕਦਾ ਹੈ।
ਜੜ੍ਹਾਂ ਤੇ ਉਹਨਾਂ ਦੀਆਂ ਪੁੱਟੀਆਂ ਗਈਆਂ ਨੇ ਜਿਨ੍ਹਾਂ ਨੇ ਖਾਲਸੇ ਪੰਥ ਦੇ ਨੂੰ ਖਤਮ ਕਰਨ ਦਾ ਬੀੜਾ ਉਠਾਇਆ ਸੀ। ਇਤਿਹਾਸ ਗਵਾਹ ਹੈ, ਤੁਹਾਡੇ ਸਾਹਮਣੇ ਹੈ। ਜਦੋਂ ਚੰਗਿਆਈਆਂ ਦੇ ਨਾਲ, ਚੰਗੇ ਗੁਣਾਂ ਦੇ ਨਾਲ ਅਸੀਂ ਅੱਗੇ ਵਧਾਂਗੇ, ਲੋਕ ਸਾਡੇ ਨਾਲ ਜੁੜਨਗੇ, ਸਾਡੇ ਘੇਰਾਬੰਦੀ ਵੱਡੀ ਹੋਏਗੀ ਅਤੇ ਗੁਰੂ ਘਰ ਦੇ ਜਨਰਸਨੈਸ ਵੱਡਾਪਨ ਦੇਖੋ। ਅਗਰ ਸਾਡਾ ਮੱਕਾ ਮਦੀਨਾ ਜਾਂ ਸਾਡਾ ਜਿਹੜਾ ਸਭ ਤੋਂ ਉੱਚਤਮ ਧਾਰਮਿਕ ਸ਼੍ਰੋਮਣੀ ਸਥਾਨ ਦਰਬਾਰ ਸਾਹਿਬ ਦਾ ਨੀਂਹ ਪੱਥਰ ਫਾਊਂਡੇਸ਼ਨ ਸਟੋਨ ਰੱਖਣਾ ਹੈ, ਇਸ ਦੇ ਵਾਸਤੇ ਸਾਈਂ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ। ਠੀਕ ਹੈ, 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ, 36 ਮਹਾਂਪੁਰਸ਼ਾਂ ਦੀ ਬਾਣੀ ਦਾ ਸੰਕਲਨ ਹੈ। ਇਹ ਕਿੰਨਾ ਵੱਡਾ ਪੰਨ ਹੈ। ਅੱਜ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਯੂਨੀਵਰਸਲ ਗ੍ਰੰਥ ਦੇ ਰੂਪ ਦੇ ਵਿੱਚ ਮਾਨਤਾ ਪ੍ਰਾਪਤ ਹੋਈ ਹੈ। ਇਹਦਾ ਕਾਰਨ ਕੀ ਹੈ? ਇੱਥੇ ਸੱਧਨਾ ਕਸਾਈ ਬੈਠੇ ਨੇ, ਰਵਿਦਾਸ ਚਮਾਰ ਬੈਠੇ ਨੇ, ਕਬੀਰ ਜੁਲਾਹਾ ਬੈਠੇ ਨੇ, ਨਾਮਦੇਵ ਧੋਬੀ ਬੈਠੇ ਨੇ, ਤੇ ਸੈਣ ਨਾਈ ਬੈਠੇ ਨੇ, ਭਗਤ ਤ੍ਰਿਲੋਚਨ ਜੀ ਬੈਠੇ ਨੇ, ਭਗਤ ਰਾਮਾਨੰਦ ਜੀ ਬੈਠੇ ਨੇ, ਭਗਤ ਜੈਦੇਵ ਬੈਠੇ ਨੇ। ਭੱਟਾਂ ਦੀ ਬਾਣੀ ਵਿੱਚ ਦਰਜ ਹੈ, 6 ਗੁਰੂਆਂ ਦੀ ਬਾਣੀ ਵਿੱਚ ਦਰਜ ਹੈ, ਅਕਾਲ ਪੁਰਖ ਦੀ ਸੰਪੂਰਨ ਉਸਤਤ ਉਸ ਦੇ ਵਿੱਚ ਦਰਜ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਇਤਨਾ ਅਮੀਰ ਵਿਰਸਾ ਅਤੇ ਇਤਨੇ ਵੱਡੇ ਹਿਰਦੇ, ਵਿਸ਼ਾਲ ਹਿਰਦੇ ਵਰਗਾ ਗੁਰੂ ਪੰਥ, ਗੁਰੂ ਨਾਨਕ ਵਰਗਾ ਗੁਰੂ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਤੁਹਾਡੇ ਕੋਲ ਹੈ। ਅਤੇ ਚੱਟਾਨ ਵਰਗੀ ਜਿਹੜੀ ਮਜ਼ਬੂਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਹੈ ਕਿ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਤੇ ਨਿਸ਼ਚੈ ਕਰ ਅਖੀਰ ਦੇ ਵਿੱਚ, ਇਸੇ ਸ਼ਬਦ ਵਿੱਚ ਅਖੀਰ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਨਿਸ਼ਚੈ ਕਰੇ ਆਪਣੀ ਜੀਤ ਕਰੋ। ਮੈਂ ਬਹੁਤਾ ਲੰਬਾ ਹੁਣ ਤੁਹਾਡਾ ਵਕਤ ਨਾ ਲਵਾਂ, ਮੈਂ ਕੇਵਲ ਇਤਨਾ ਹੀ ਆਪ ਜੀ ਦੀ ਸੇਵਾ 'ਚ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਦੇ ਦਿਨ ਇਹ ਸ਼ਪਥ ਲੈਣ ਦੀ, ਇਹ ਓਥ ਲੈਣ ਦੀ ਅਤੇ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਅਤੇ ਇਹ ਆਪਣੇ ਆਪ ਨੂੰ ਸਮਰਪਣ ਕਰਨ ਦੀ ਗੁਰੂ ਦੇ ਚਰਨਾਂ ਦੇ ਵਿੱਚ ਲੋੜ ਹੈ ਕਿ ਪੰਥ ਦਾ ਇੱਕ ਤਾਂ ਮਜ਼ਬੂਤ ਡਾਟਾਬੇਸ ਹੋਣਾ ਚਾਹੀਦਾ, ਮਜ਼ਬੂਤ ਆਰਗੇਨਾਈਜੇਸ਼ਨਲ ਸੈਟਅਪ ਹੋਣਾ ਚਾਹੀਦਾ ਅਤੇ ਗੁਰੂ ਸ਼ਬਦ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਸਾਨੂੰ ਜੋੜਨਾ ਹੈ। ਗੁਰੂ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਜਿਹੜੀ ਹੈ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣੀ ਹੈ। ਆਪਣੇ ਆਪਣੇ ਘਰਾਂ ਤੱਕ ਪੰਜਾਬੀ ਬੋਲਣ ਦਾ ਜਿਹੜਾ ਸਾਡਾ ਇੱਕ ਸਬਜੈਕਟ ਹੈ ਕਿ ਬਈ ਬੱਚੇ ਜਿਹੜੇ ਹਨ ਉਹ ਮਾਂ ਬੋਲੀ ਦੇ ਨਾਲ ਪ੍ਰੇਮ ਕਰਦੇ ਹੋਏ, ਮੁਹੱਬਤ ਕਰਦੇ ਹੋਏ ਅਤੇ ਆਪਣੀ ਮਾਂ ਬੋਲੀ ਦੀ ਵਰਤੋਂ ਘਰ ਦੇ ਵਿੱਚ ਕਰਨ। ਅਤੇ ਉਸ ਦੇ ਨਾਲ ਹੀ ਨਾਲ ਇਹ ਹੈ ਕਿ ਤੁਸੀਂ ਨੌਜਵਾਨ ਪੀੜ੍ਹੀ ਤੱਕ ਨਿਤਨੇਮ ਪਹੁੰਚਾਉਣਾ ਹੈ। ਗੁਰੂ ਸ਼ਬਦ ਦੀ ਕੀ ਮਹਿਮਾ ਉਸ ਨੂੰ ਪਹੁੰਚਾਉਣਾ ਹੈ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਕੀ ਮਹਿਮਾ ਉਸ ਨੂੰ ਪਹੁੰਚਾਉਣਾ ਹੈ। ਅਤੇ ਇਹ ਜਿਹੜੀਆਂ ਚੀਜ਼ਾਂ ਅਸੀਂ ਸਾਰੀਆਂ ਕਰ ਲਾਂਗੇ, ਗ੍ਰਾਸ ਰੂਟ ਲੈਵਲ ਤੋਂ ਲੈ ਕੇ ਟੌਪ ਸੁਪੀਰੀਅਰ ਲੈਵਲ ਤੱਕ ਅਗਰ ਸਾਡੀ ਸੰਸਥਾ ਇੱਕ ਮਜ਼ਬੂਤ ਸ਼ੇਪ ਦੇ ਵਿੱਚ ਆ ਜਾਂਦੀ ਹੈ, ਜਿਹੜੀ ਕਿ ਫਿਰ ਮੈਂ ਦੁਬਾਰਾ ਬੇਨਤੀ ਕਰਾਂ, ਅੱਜ ਦੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਜ਼ਮਾਨੇ ਦੇ ਵਿੱਚ ਬਿਲਕੁਲ ਡਿਫਿਕਲਟ ਨਹੀਂ ਹੈ। ਮੈਂ ਐਸੇ ਕਈ ਗੁਰੂ ਕੇ ਪਿਆਰੇ ਦੇਖੇ ਹਨ ਜਿਹੜੀਆਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਛੋਟੇ-ਛੋਟੇ ਦਾਇਰੇ ਦੇ ਵਿੱਚ ਰਹਿ ਕੇ ਪੰਥ ਦਾ ਬਹੁਤ ਕੰਮ ਕਰ ਰਹੇ ਹਨ। ਪਰ ਇਸ ਨੂੰ ਜੇ ਅਸੀਂ ਇੱਕ ਵੱਡੇ ਬ੍ਰੌਡ ਸ਼ੇਪ ਦੇ ਵਿੱਚ ਲਿਆ ਕੇ ਅਤੇ ਇੱਕ ਮਜ਼ਬੂਤ ਸੰਸਥਾ ਪੂਰੇ ਸੰਸਾਰ ਦੀ ਬਣੇ, ਜਿਸ ਦੀ ਪਹੁੰਚ ਇੱਕ ਪੰਚਾਇਤ ਅਤੇ ਪਿੰਡਾਂ ਤੱਕ ਹੋਵੇ, ਡਿਸਟ੍ਰਿਕਟ ਤੱਕ ਹੋਵੇ, ਇਹ ਕੰਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਜਿਹੜੇ ਇੰਟੈਲੈਕਚੁਅਲਸ ਹਨ, ਜਿਹੜੇ ਕਿ ਬਹੁਤ ਹੀ ਵਿਦਵਾਨ ਲੋਕ ਹਨ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਂ ਤਖਤਾਂ ਦੇ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਹਨ, ਉਹਨਾਂ ਨੂੰ ਮੈਂ ਹੱਥ ਜੋੜ ਕੇ ਸਨਿਮਰ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ, ਇਸ ਇਨੀਸ਼ੀਏਟਿਵ ਲੈਣ ਦੀ ਲੋੜ ਹੈ। ਬਾਕੀ ਠੀਕ ਹੈ, ਪੋਲੀਟੀਕਲ ਪਾਰਟੀਆਂ ਦੇ ਆਪਣੀ ਗੱਦੀ ਦਾ ਜਿਹੜਾ ਪੋਲੀਟੀਕਲ ਕੁਐਸਚਨ ਹੈ ਉਹ ਆਪਣੇ ਆਪ ਆਟੋਮੈਟਿਕਲੀ ਸੋਲਵ ਹੋ ਜਾਂਦਾ ਹੈ। ਮਾਫ ਕਰਨਾ, ਜੇ ਗੁਰੂ ਪੰਥ ਇੱਕ ਹੋ ਜਾਏ ਨਾ, ਜੇ ਸਾਡੀ ਆਰਗੇਨਾਈਜੇਸ਼ਨਲ ਸੈਟਅਪ ਮਜ਼ਬੂਤ ਹੋ ਜਾਏ ਅਤੇ ਸਾਡੇ ਵਿੱਚੋਂ ਇਹ ਥੋੜੀ ਈਗੋਜ ਦੀਆਂ ਭਾਵਨਾਵਾਂ, ਜਿਹੜੀ ਅਹੰ ਦੀ ਭਾਵਨਾ ਹੈ, ਜਿਸ ਦੇ ਬਾਬਤ ਸਤਿਗੁਰਾਂ ਨੇ ਕਲੀਅਰਲੀ ਹੁਕਮ ਕੀਤਾ ਹੈ, ਮੈਂਸ਼ਨ ਕੀਤਾ ਹੈ ਕਿ ਹਰ ਜੀਓ ਅਹੰ। ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਤੇ ਇਸ ਕਰਕੇ ਜਿੱਥੇ ਅਹੰ ਹੋਏਗਾ ਉੱਥੇ ਨਾ ਤੁਹਾਨੂੰ ਗੁਰੂ ਮਿਲਣ ਵਾਲਾ, ਨਾ ਪਰਮਾਤਮਾ ਮਿਲਣ ਵਾਲਾ। ਆਪਣੀ ਈਗੋਜ ਨੂੰ ਪਿੱਛੇ ਹਟਾਉਣਾ ਹੈ, ਸੈਲਫਲੈਸ ਭਾਵ ਦੇ ਨਾਲ, ਜਿਸ ਤਰ੍ਹਾਂ ਨਿਸਵਾਰਥ ਭਾਵ ਦੇ ਨਾਲ ਗੁਰੂ ਨਾਨਕ ਵਿਚਰਦੇ ਰਹੇ, ਸਾਡੇ 10 ਗੁਰੂ ਵਿਚਰਦੇ ਰਹੇ। ਉਹਨਾਂ ਨੇ ਸੰਸਾਰ ਦੇ ਭਲੇ ਦੀ ਗੱਲ ਕੀਤੀ ਹੈ ਅਤੇ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਦੀ ਗੱਲ ਕੀਤੀ ਹੈ। ਸਭ ਸ੍ਰਿਸ਼ਟ ਸੇਵੈ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਦੀ ਗੱਲ ਕੀਤੀ ਹੈ। ਸੋ ਇਸ ਭਾਵਨਾ ਦੇ ਨਾਲ ਜਦੋਂ ਅਸੀਂ ਅੱਗੇ ਵਧਾਂਗੇ
ਇਹ ਸਾਡੇ ਗੁਰਪੁਰਬ ਮਨਾਏ ਸਫਲੇ ਹੋਣਗੇ। ਅਤੇ ਮੈਨੂੰ ਉਮੀਦ ਹੈ ਕਿ ਜੋ ਮੈਂ ਬੇਨਤੀਆਂ ਆਪ ਜੀ ਦੀ ਸੇਵਾ ਦੇ ਵਿੱਚ ਕੀਤੀਆਂ ਹਨ, ਇੱਕ ਤੁੱਛ ਦਾਸ ਹੋਣ ਦੇ ਨਾਤੇ ਝਾਰਖੰਡ ਤੋਂ, ਬੋਕਾਰੋ ਡਿਸਟ੍ਰਿਕਟ ਤੋਂ ਮੈਂ ਸੁਰਿੰਦਰਪਾਲ ਸਿੰਘ ਆਪ ਜੀ ਦੀ ਸੇਵਾ ਦੇ ਵਿੱਚ ਬੇਨਤੀਆਂ ਕਰ ਰਿਹਾ ਹਾਂ। ਜ਼ਰੂਰ ਇਸ ਪਾਸੇ ਜਿਹੜੇ ਪੰਥ ਦੇ ਵਿਦਵਾਨ ਹਨ, ਇੰਟਲੈਕਚੁਅਲਸ ਹਨ, ਪੰਥ ਦੇ ਜਿਹੜੀ ਸਾਡੀ ਲੀਡਰਸ਼ਿਪ ਹੈ, ਸਾਡੀ ਰਾਜਨੀਤਿਕ ਲੀਡਰਸ਼ਿਪ ਹੈ, ਸਾਡੀ ਪੰਥਕ ਲੀਡਰਸ਼ਿਪ ਹੈ, ਇਸ ਵੱਲ ਧਿਆਨ ਦੇ ਅਤੇ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਜੋੜਿਆ ਜਾਏ, ਇਸ ਦੇ ਵਾਸਤੇ ਸਾਡੇ ਮਜ਼ਬੂਤ ਨੈਟਵਰਕ ਦੇ ਨਾਲ ਆਰਗੇਨਾਈਜੇਸ਼ਨਲ ਸੈਟਅਪ ਸਾਡਾ ਇਤਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਜਿਹੜੇ ਪੜ੍ਹੇ ਲਿਖੇ ਲੋਕ ਹਨ, ਅਮੀਰ ਹਨ, ਗਰੀਬ ਹਨ, ਜਿਹੜੇ ਹਾਈ ਸਟੇਟਸ ਵਾਲੇ ਲੋਕ ਹਨ, ਜਿਹੜੇ ਹੋਰ ਥੋੜ੍ਹਾ ਜਿਹਾ ਆਪਣੀ ਉਸ ਕੈਟੇਗਰੀ ਵਿੱਚ ਆਉਂਦੇ ਹਨ, ਉਹਨਾਂ ਸਾਰਿਆਂ ਨੂੰ ਇੱਕ ਨਾਲ ਲੈ ਕੇ ਅਤੇ ਇਹ ਸਮਝ ਕੇ ਕਿ ਇਹ ਗੁਰੂ ਨਾਨਕ ਦਾ ਪਰਿਵਾਰ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਹੈ ਅਤੇ ਇਸ ਬਾਬਤ ਗੁਰੂ ਆਪ ਪ੍ਰਾਰਥਨਾ ਕਰ ਰਹੇ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ, ਵਹ ਸੁਖੀ ਬਸੈ ਮੋਰੋ ਪਰਿਵਾਰਾ। ਅਸੀਂ ਰੋਜ਼ ਅਰਦਾਸ ਦੇ ਵਿੱਚ ਇਹ ਗੱਲ ਕਹਿੰਦੇ ਹਾਂ ਕਿ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਸੋ ਪੂਰੇ ਸੰਸਾਰ ਦੇ ਸਿੱਖਾਂ ਦੇ ਵਾਸਤੇ ਇਹ ਮੰਗ ਕੀਤੀ ਜਾਂਦੀ ਹੈ। ਗੁਰੂ ਨੇ ਸਾਡੇ ਘੇਰੇ ਨੂੰ ਕਿੰਨਾ ਵੱਡਾ ਕੀਤਾ ਹੈ। ਹਰ ਸਿੱਖ ਆਪਣੇ ਘਰ ਆਪਣੀ ਸ਼ਖਸੀ ਅਰਦਾਸ ਦੇ ਵਿੱਚ, ਭਾਵੇਂ ਉਹਦੀ ਪੰਥਕ ਅਰਦਾਸ ਹੈ, ਭਾਵੇਂ ਸ਼ਖਸੀ ਅਰਦਾਸ ਹੈ, ਉਹਨਾਂ ਦੋਨਾਂ ਅਰਦਾਸਾਂ ਦੇ ਵਿੱਚ ਉਹ ਗੁਰੂ ਦੇ ਪੰਥ ਦੀ ਪੂਰੇ ਸੰਸਾਰ ਦੇ ਵਿੱਚ ਰੱਖਿਆ ਦੇ ਵਾਸਤੇ, ਸੇਫਟੀ ਸਿਕਿਉਰਿਟੀ ਵਾਸਤੇ ਅਤੇ ਜਿੱਥੇ ਜਿੱਥੇ ਖਾਲਸਾ ਬੈਠਾ ਹੈ ਉਸ ਦੇ ਉੱਤੇ ਅਕਾਲ ਪੁਰਖ ਹਲੀਮੀ ਵਰਤੇ, ਰਿਆਇਤ ਵਰਤੇ, ਉਹਨਾਂ ਨੂੰ ਆਪਣਾ ਮਾਰਗਦਰਸ਼ਨ ਬਖਸ਼ੇ। ਅਤੇ ਜਿਹੜੀਆਂ ਬੇਨਤੀਆਂ ਮੇਰਾ ਖਿਆਲ ਹੈ ਮੁਕੰਮਲ ਤੌਰ 'ਤੇ ਆਪ ਜੀ ਦੀ ਗੱਲ ਇਸ ਵੀਡੀਓ ਦੇ ਰਾਹੀਂ ਸਮਝ ਵਿੱਚ ਆਏਗੀ, ਜ਼ਰੂਰ ਆਉਣੀ ਚਾਹੀਦੀ ਹੈ। ਐਂਡ ਗੁਰੂ ਕਿਰਪਾ ਕਰੇ, ਕੋਈ ਐਸਾ ਇਸ਼ੂ ਨਹੀਂ ਹੈ ਜਿਸ ਨੂੰ ਕਿ ਸੋਲਵ ਨਹੀਂ ਕੀਤਾ ਜਾ ਸਕਦਾ। ਗੁਰੂਆਂ ਨੇ ਬੜੀ ਸਟਰਗਲ ਕਰਕੇ, ਬੜਾ ਸੰਘਰਸ਼ ਕਰਕੇ ਅਤੇ ਬੜੀਆਂ ਚੜ੍ਹਾਈਆਂ ਨੂੰ ਪਾਰ ਕੀਤਾ ਹੈ, ਬਹੁਤ ਕਸ਼ਟਾਂ ਦੇ ਵਿੱਚ ਰਹਿ ਕੇ। ਅਤੇ ਫਿਰ ਵੀ ਇਹ ਗੱਲ ਕਹੀ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਭਾਵੇਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਇੱਟ ਦਾ ਸਰਾਣਾ ਸੀ, 4 ਸਾਹਿਬਜ਼ਾਦਿਆਂ ਦੀ ਸ਼ਿਬਰ, ਪੰਥ ਦਾ ਜਿਹੜਾ ਇਤਿਹਾਸ ਹੈ ਹੁਣ ਮੈਂ ਤੁਹਾਨੂੰ ਕੀ ਦੱਸਾਂ। ਪਰ ਅੱਜ ਦੀ ਜੋ ਮੌਜੂਦਾ ਲੋੜ ਹੈ ਉਹ ਇਹ ਹੈ, ਸਾਨੂੰ ਕੇਸਾਂ ਦੇ ਨਾਲ ਪਿਆਰ ਹੋਵੇ, ਸਾਨੂੰ ਨਿਤਨੇਮ ਦੇ ਨਾਲ ਪਿਆਰ ਪੈਦਾ ਹੋਵੇ, ਪੰਜਾਬੀ ਬੋਲਣ ਦੇ ਨਾਲ ਪਿਆਰ ਪੈਦਾ ਹੋਵੇ। ਸਾਡੇ ਨੌਜਵਾਨ ਪੀੜ੍ਹੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਹੌਲੀ ਕਰਕੇ ਸਾਡੇ ਵਿੱਚ ਪ੍ਰਵੇਸ਼ ਕਰਨ। ਨਾਲ ਜੋ ਗੁਰੂ ਦੇ ਵੱਡੇਪਨ ਦਾ ਸੰਦੇਸ਼ ਹੈ, ਮਾਫ ਕਰਨਾ, ਅਸੀਂ ਕੋਈ ਨੈਰੋ ਨਹੀਂ ਬਣਨਾ, ਅਸੀਂ ਕੋਈ ਸੰਸਾਰ ਦੇ ਭਲੇ ਦੀ ਗੱਲ ਕਰਨੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਸਾਹਮਣੇ ਆਉਣ, ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਨ। ਸੋ ਇਹਨਾਂ ਸ਼ਬਦਾਂ ਦੁਆਰਾ ਮੈਂ ਆਪ ਜੀ ਦੇ ਕੋਲੋਂ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਣਾ ਅਤੇ ਅੱਜ ਦੇ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਵਧਾਈ ਦਿੰਦਾ, ਜਿਹੜੇ ਕਿ 1604 ਈਸਵੀ ਦੇ ਵਿੱਚ ਮਹਾਰਾਜ ਨੇ ਅੱਜ ਦੇ ਦਿਨ ਹੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਅਤੇ ਗੁਰੂ ਮਹਾਰਾਜ ਦੇ ਮੁਖ ਵਾਕ ਸੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੱਗੇ ਫਿਰ ਜਿਸ ਤਰ੍ਹਾਂ ਪਰਮਾਤਮਾ ਨੇ ਗੁਰੂ ਨੇ ਹੁਕਮ ਕੀਤਾ ਜਾਂ ਗੁਰੂ ਨੇ ਆਪਣੀ ਸੋਝੀ ਬਖਸ਼ੀ, ਪ੍ਰੇਰਣਾ ਦਿੱਤੀ, ਫਿਰ ਆਪ ਜੀ ਦੇ ਸਾਹਮਣੇ ਪੇਸ਼ ਹੋਵਾਂਗੇ ਅਤੇ ਬੇਨਤੀਆਂ ਜ਼ਰੂਰ ਪੰਥ ਦੇ ਵਾਸਤੇ ਜੋ ਸੰਭਵ ਹੋ ਸਕੀਆਂ ਉਹ ਇਕੱਠੇ ਰਲ ਮਿਲ ਕੇ ਆਪਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਅਤੇ ਉਹਨਾਂ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਖੜੀਆਂ ਹਨ, ਜਿਹੜੀਆਂ ਕਿ ਬਹੁਤੀਆਂ ਵੱਡੀਆਂ ਨਹੀਂ ਹਨ, ਬਹੁਤ ਛੋਟੀਆਂ ਹਨ, ਜਿਸ ਨੂੰ ਬੜੇ ਆਰਾਮ ਨਾਲ ਅਸੀਂ ਬੈਠ ਕੇ ਸਲਟਾ ਸਕਦੇ ਹਾਂ ਅਤੇ ਵਿਥ ਪੋਜ਼ਿਟਿਵ ਥਿੰਕਿੰਗ ਅਤੇ ਵਿਥ ਕੰਸਟਰਕਟਿਵ ਜਿਹੜੀ ਸਾਡੀ ਸੋਚ ਹੈ ਉਸ ਦੇ ਨਾਲ ਅੱਗੇ ਵਧਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।